Hello everyone. This is my second video on chapter admission of partner, treatment of goodwill. ਟਰੀਟਮੈਂਟ ਆਫ ਗੁੱਡਵਿਲ ਜਦੋਂ ਵੀ ਕੋਈ ਆਪਾਂ ਚੈਪਟਰ ਕਰ ਰਹੇ ਐਡਮਿਸ਼ਨ ਆਫ ਪਾਰਟਨਰ, ਜਦੋਂ ਵੀ ਨਵਾਂ ਪਾਰਟਨਰ ਐਡਮਿਟ ਹੁੰਦਾ ਬਿਜ਼ਨਸ 'ਚ ਤਾਂ ਉਹ ਗੁੱਡਵਿਲ ਲੈ ਕੇ ਆਊਗਾ। ਮਤਲਬ ਕਿ ਜਦੋਂ ਵੀ ਨਿਊ ਪਾਰਟਨਰ ਨੂੰ ਐਡ ਕੀਤਾ ਜਾਂਦਾ ਤਾਂ ਉਹ ਕੁਛ ਸ਼ੇਅਰ ਆਫ ਗੁੱਡਵਿਲ ਔਰ ਕੈਪੀਟਲ ਲੈ ਕੇ ਆਉਂਦਾ, ਜਿਨ੍ਹਾਂ ਬਿਜ਼ਨਸ 'ਚ ਕੁਛ ਐਡਜਸਟਮੈਂਟਸ ਕਰਨੀਆਂ ਪੈਂਦੀਆਂ, ਕੁਛ ਚੇਂਜਿਸ ਹੁੰਦੀਆਂ। ਤਾਂ ਗੁੱਡਵਿਲ ਦੇ ਵਿਊ ਪੁਆਇੰਟ 'ਚ ਦੇਰ ਆਰ 8 cases. There are the different cases related to the goodwill. Let's discuss one by one. First case, goodwill paid by partner, privately paid by new partner। मतलब कि ਜਿਹੜਾ ਵੀ ਨਵਾਂ ਪਾਰਟਨਰ ਆ ਰਿਹਾ ਬਿਜ਼ਨਸ ਦੇ ਵਿੱਚ ਉਹ ਜੋ ਵੀ ਗੁੱਡਵਿਲ ਪੇ ਕਰ ਰਿਹਾ ਉਹ ਕਿਸੇ ਨੂੰ ਸ਼ੋ ਨਹੀਂ ਕਰ ਰਿਹਾ, ਮਤਲਬ ਉਹ ਪ੍ਰਾਈਵੇਟਲੀ ਪੇ ਕਰ ਰਿਹਾ, ਉਹਨੇ ਕਿਸੇ ਨੂੰ ਡਿਸਕਲੋਜ਼ ਨਹੀਂ ਕੀਤੀ ਵੀ ਉਹਨੇ ਕਿੰਨੀ ਗੁੱਡਵਿਲ ਪੇ ਕੀਤੀ ਆ। ਤਾਂ ਇਸ ਕੇਸ 'ਚ ਕੋਈ ਵੀ ਐਂਟਰੀ ਨਹੀਂ ਹੋਊਗੀ, ਮਤਲਬ ਕੋਈ ਵੀ ਜਰਨਲ ਐਂਟਰੀ ਪਾਸ ਨਹੀਂ ਕੀਤੀ ਜਾਊਗੀ, ਕਿਉਂਕਿ ਜੇ ਪ੍ਰਾਈਵੇਟਲੀ ਸ਼ੋ ਕਰ ਰਿਹਾ ਤਾਂ ਮਤਲਬ ਜੇ ਤੁਸੀਂ ਐਂਟਰੀ ਪਾਸ ਕਰ ਦਿੰਦੇ ਹੋ ਫਿਰ ਤਾਂ ਉਹ ਪ੍ਰਾਈਵੇਟਲੀ ਨਹੀਂ ਰਹੀ, ਤਾਂ ਇਸ ਕਰਕੇ ਕੋਈ ਉਸ 'ਚ ਐਂਟਰੀ ਨਹੀਂ ਹੋਣੀ। ਸੈਕਿੰਡ ਕੇਸ ਹੈ ਵੈਨ ਦ ਨਿਊ ਪਾਰਟਨਰ ਬ੍ਰਿੰਗ ਹਿਜ਼ ਸ਼ੇਅਰ ਆਫ ਪ੍ਰੀਮੀਅਮ। ਗੁੱਡਵਿਲ ਨੂੰ ਆਪਾਂ ਜਦੋਂ ਵੀ ਪਾਰਟਨਰਸ਼ਿਪ ਅਕਾਊਂਟਸ ਤੁਸੀਂ ਕਰਦੇ ਹੋ ਤਾਂ ਉਹਨੂੰ ਪ੍ਰੀਮੀਅਮ ਨਾਮ ਦਿੱਤਾ ਜਾਂਦਾ ਹੈ। ਵੈਨ ਦ ਨਿਊ ਪਾਰਟਨਰ ਬ੍ਰਿੰਗ ਹਿਜ਼ ਸ਼ੇਅਰ ਆਫ ਪ੍ਰੀਮੀਅਮ ਇਨ ਕੈਸ਼ ਐਂਡ ਸੇਮ ਇਜ਼ ਰਿਟੇਨਡ ਇਨ ਬਿਜ਼ਨਸ। ਮਤਲਬ ਕਿ ਜਦੋਂ ਵੀ ਨਵਾਂ ਪਾਰਟਨਰ ਬਿਜ਼ਨਸ 'ਚ ਆਇਆ ਉਹ ਜਿਹੜਾ ਗੁੱਡਵਿਲ ਦਾ ਸ਼ੇਅਰ ਲੈ ਕੇ ਆਇਆ ਉਹ ਕੈਸ਼ 'ਚ ਲੈ ਕੇ ਆਇਆ, ਮਤਲਬ ਕਿ ਕੁਛ ਪੈਸੇ ਲੈ ਕੇ ਆਇਆ ਗੁੱਡਵਿਲ ਦੇ, ਅਤੇ ਜਿੰਨੇ ਵੀ ਉਹ ਪੈਸੇ ਲੈ ਕੇ ਆਏ ਸਾਰੇ ਦੇ ਸਾਰੇ ਪੈਸੇ ਕੀ ਕਰ ਲਏ ਬਿਜ਼ਨਸ 'ਚ ਰਿਟੇਨ ਕਰ ਲਏ ਗਏ, ਮਤਲਬ ਕਿ ਰੱਖ ਲਏ ਗਏ ਸੰਭਾਲ ਕੇ। ਤਾਂ ਜਦੋਂ ਵੀ ਨਵਾਂ ਪਾਰਟਨਰ ਬਿਜ਼ਨਸ 'ਚ ਗੁੱਡਵਿਲ ਲੈ ਕੇ ਕੈਸ਼ ਲੈ ਕੇ ਆਊਗਾ ਤਾਂ ਐਂਟਰੀ ਕੀ ਕਰਾਂਗੇ, ਬਿਜ਼ਨਸ 'ਚ ਕੈਸ਼ ਆ ਰਿਹਾ ਤਾਂ ਐਂਟਰੀ ਆਊਗੀ ਕੈਸ਼ ਅਕਾਊਂਟ ਡੈਬਿਟ ਟੂ ਪ੍ਰੀਮੀਅਮ। ਮਤਲਬ ਕਿ ਕੈਸ਼ ਬਿਜ਼ਨਸ 'ਚ ਆ ਰਿਹਾ ਵਟ ਕਮਜ਼ ਇਨ ਡੈਬਿਟ ਔਰ ਪ੍ਰੀਮੀਅਮ ਲਾਈਕ ਅ ਸੋਰਸ ਜਿੱਥੋਂ ਵੀ ਮਤਲਬ ਚੀਜ਼ ਆ ਰਹੀ ਆ, ਤਾਂ ਕੈਸ਼ ਅਕਾਊਂਟ ਡੈਬਿਟ ਟੂ ਪ੍ਰੀਮੀਅਮ ਅਕਾਊਂਟ ਕਿਉਂਕਿ ਉਹ ਕੈਸ਼ 'ਚ ਲੈ ਕੇ ਆਇਆ ਸੀ। ਤਾਂ ਸੈਕਿੰਡ ਨਾਲ ਹੀ ਉਹਨਾਂ ਨੇ ਕਿਹਾ ਵੀ ਸੀ ਸੇਮ ਇਜ਼ ਰਿਟੇਨਡ। ਰਿਟੇਨ ਹੁਣ ਦੇਖੋ ਜੇ ਨਵਾਂ ਪਾਰਟਨਰ ਆਇਆ ਤਾਂ ਰਿਟੇਨ ਕੌਣ ਕਰਨਗੇ, ਨਵਾਂ ਪਾਰਟਨਰ ਤਾਂ ਲੈ ਕੇ ਆਇਆ ਗੁੱਡਵਿਲ, ਤਾਂ ਰਿਟੇਨ ਕਰਨਗੇ ਜਿਹੜੇ ਪੁਰਾਣੇ ਪਾਰਟਨਰਸ ਹੋਣਗੇ, ਜਿਵੇਂ A B ਪਹਿਲਾਂ ਪਾਰਟਨਰ ਸੀ, C ਨਵਾਂ ਪਾਰਟਨਰ ਸੀ, C ਗੁੱਡਵਿਲ ਲੈ ਕੇ ਆਊਗਾ ਤਾਂ ਰਿਟੇਨ ਕੌਣ ਕਰਨਗੇ A B। ਤਾਂ ਨੈਕਸਟ ਐਂਟਰੀ ਆ ਜੂਗੀ ਪ੍ਰੀਮੀਅਮ ਅਕਾਊਂਟ ਡੈਬਿਟ। ਜਿੰਨਾ ਵੀ ਉਹ ਪ੍ਰੀਮੀਅਮ ਲੈ ਕੇ ਆਊਗਾ ਉਹਦੇ ਸ਼ੇਅਰ ਜਿੰਨਾ ਵੀ ਹੋਊਗਾ ਪ੍ਰੀਮੀਅਮ ਦਾ ਉਹਨੂੰ ਆਪਾਂ ਕਿਹਨੂੰ ਦੇ ਦਾਂਗੇ, ਓਲਡ ਪਾਰਟਨਰ ਨੂੰ। ਓਲਡ ਪਾਰਟਨਰ ਨੂੰ ਕਿਉਂ ਦੇਵਾਂਗੇ, ਕਿਉਂਕਿ ਓਲਡ ਪਾਰਟਨਰ ਨੇ ਵੀ ਕੁਛ ਆਪਦਾ ਜਿਵੇਂ ਆਪਾਂ ਪਾਰਟ ਸੈਕਰੀਫਾਈਸ ਕੀਤਾ ਹੋਊਗਾ, ਕਿਉਂਕਿ ਜਿਵੇਂ ਆਪਾਂ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕੱਢੀ ਸੀ ਉਹ 'ਚ ਆਪਾਂ ਦੇਖਿਆ ਸੀ ਵੀ ਕੁਛ ਪਾਰਟ ਜਿਹੜੇ ਦਿੰਦੇ ਹੁੰਦੇ ਓਲਡ ਪਾਰਟਨਰ ਨਵੇਂ ਪਾਰਟਨਰ ਨੂੰ ਆਪਦੇ ਹਿੱਸਾ ਸ਼ੇਅਰ ਕਰਦੇ ਆ, ਤਾਂ ਉਸ ਲਈ ਜੋ ਹਿੱਸਾ ਸ਼ੇਅਰ ਕਰਨਗੇ ਤਾਂ ਉਹਨਾਂ ਬਦਲੇ ਉਹਨਾਂ ਨੂੰ ਕੀ ਮਿਲੂਗੀ, ਗੁੱਡਵਿਲ ਮਿਲੂਗੀ। ਠੀਕ ਹੈ, ਜਿਵੇਂ ਨਵਾਂ ਪਾਰਟਨਰ ਕੋਈ ਆਇਆ ਤਾਂ ਜੇ ਆਪਾਂ ਉਹਨੂੰ ਕੁਛ ਦੇ ਰਹੇ ਹਾਂ ਤਾਂ ਉਹਦੇ ਬਦਲੇ ਆਪਾਂ ਕੁਛ ਉਹ ਤੋਂ ਲਵਾਂਗੇ ਵੀ, ਤਾਂ ਉਹੀ ਹੈ ਵੀ ਜੇ ਤੁਸੀਂ ਆਪਦਾ ਪ੍ਰੋਫਿਟ ਲੋਸ ਉਹਦੇ ਨਾਲ ਸ਼ੇਅਰ ਕਰ ਰਹੇ ਹੋ ਤਾਂ ਉਹਦੇ ਬਦਲੇ ਉਹ ਤੁਹਾਨੂੰ ਗੁੱਡਵਿਲ ਪੇ ਕਰ ਰਹੇ ਆ, ਤਾਂ ਪ੍ਰੀਮੀਅਮ ਅਕਾਊਂਟ ਡੈਬਿਟ ਟੂ ਓਲਡ ਪਾਰਟਨਰ ਐਂਟਰੀ ਆਊਗੀ। ਠੀਕ ਹੈ, ਥਰਡ ਕੇਸ ਹੈ ਨਿਊ ਪਾਰਟਨਰ ਬ੍ਰਿੰਗ ਦ ਸ਼ੇਅਰ ਆਫ ਗੁੱਡਵਿਲ ਐਂਡ ਸੇਮ ਇਜ਼ ਵਿਡਰੋ। ਹੁਣ ਦੇਖੋ ਸੇਮ ਕੇਸ ਆ ਗਿਆ ਵੀ ਨਵਾਂ ਪਾਰਟਨਰ ਗੁੱਡਵਿਲ ਵੀ ਲੈ ਕੇ ਆਇਆ, ਉਹਨੂੰ ਰੱਖਿਆ ਵੀ ਗਿਆ, ਮਤਲਬ ਕਿ ਅਕਾਊਂਟਸ ਦੇ ਵਿੱਚ ਜਿਵੇਂ ਵੀ ਟਰਾਂਸਫਰ ਹੋ ਜਾਂਦਾ ਹੈ ਪਰਸਨਲ ਅਕਾਊਂਟਸ ਦੇ ਵਿੱਚ ਉਹਨਾਂ ਦੇ, ਤਾਂ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਜਿਹੜੇ ਓਲਡ ਪਾਰਟਨਰ ਹੈ ਉਹਨਾਂ ਨੇ ਕੁਛ ਪਾਰਟ ਵਿਡਰੋ ਕਰਾ ਲਿਆ, ਜਾਂ ਤਾਂ ਉਹ ਸਾਰੀ ਦੀ ਸਾਰੀ ਗੁੱਡਵਿਲ ਵਿਡਰੋ ਕਰਾ ਸਕਦੇ ਆ ਆਪਦੇ ਸ਼ੇਅਰ ਦੇ ਅਕੋਰਡਿੰਗ, ਜਾਂ ਜਿੰਨਾ ਵੀ ਉਹਨਾਂ ਨੂੰ ਚਾਹੀਦਾ, ਮਤਲਬ 50% 60% ਜਿੰਨਾ ਵੀ ਉਹਨਾਂ ਨੂੰ ਚਾਹੀਦਾ। ਠੀਕ ਹੈ, ਤਾਂ ਇਹਦੇ ਵਿੱਚ ਪਹਿਲੀਆਂ ਦੋ ਐਂਟਰੀਜ਼ ਸੇਮ ਹੋਣਗੀਆਂ। ਪਹਿਲਾਂ ਜਦੋਂ ਪ੍ਰੀਮੀਅਮ ਲੈ ਕੇ ਆਊਗਾ ਤਾਂ ਕੈਸ਼ ਅਕਾਊਂਟ ਡੈਬਿਟ ਟੂ ਪ੍ਰੀਮੀਅਮ ਅਕਾਊਂਟ, ਠੀਕ ਹੈ ਸੇਮ। ਸੈਕਿੰਡ ਵਨ ਵੀ ਸੇਮ ਹੈ ਵੀ ਉਹਦਾ ਜਿਹੜਾ ਪ੍ਰੀਮੀਅਮ ਆ ਓਲਡ ਪਾਰਟਨਰ ਕੋਲ ਜਾਊਗਾ। ਹੁਣ ਉਹਨਾਂ ਨੇ ਵਿੱਚ ਤੁਹਾਨੂੰ ਦਿੱਤਾ ਹੋਊਗਾ ਵੀ ਸਪੋਜ਼ ਕਰੋ ਜਿਹੜੇ ਪਾਰਟਨਰ ਉਹਨਾਂ ਨੇ ਕੁਛ ਪੋਰਸ਼ਨ ਵਿਡਰੋ ਕਰਵਾਇਆ, ਜਦੋਂ ਵਿਡਰੋ ਕਰਾਉਣਗੇ ਤਾਂ ਐਂਟਰੀ ਆਊਗੀ ਓਲਡ ਪਾਰਟਨਰ ਕੈਪੀਟਲ ਅਕਾਊਂਟ ਡੈਬਿਟ ਟੂ ਕੈਸ਼। ਇਹ ਐਂਟਰੀ ਹਮੇਸ਼ਾ ਸਾਰੀਆਂ ਐਂਟਰੀਜ਼ ਤੁਹਾਡੀਆਂ ਬਿਜ਼ਨਸ ਦੇ ਅਕੋਰਡਿੰਗ ਹੋਣਗੀਆਂ, ਮਤਲਬ ਕਿ ਪਾਰਟਨਰਸ਼ਿਪ ਫਰਮ ਦੇ ਅਕੋਰਡਿੰਗ ਹੋਣਗੀਆਂ। ਜਿਵੇਂ ਪਹਿਲਾਂ ਉਹ ਕੈਸ਼ ਲੈ ਕੇ ਆਇਆ ਸੀ ਤਾਂ ਬਿਜ਼ਨਸ ਕੋਲ ਕੈਸ਼ ਆਇਆ ਸੀ ਡੈਬਿਟ ਟੂ ਪ੍ਰੀਮੀਅਮ, ਫਿਰ ਜਦੋਂ ਪ੍ਰੀਮੀਅਮ ਅਤੇ ਪਾਰਟਨਰ ਆ ਗਏ ਕ੍ਰੈਡਿਟ, ਕਿਉਂਕਿ ਪਾਰਟਨਰ ਇੱਥੇ ਕ੍ਰੈਡਿਟ ਤਾਂ ਆਇਆ ਕਿਉਂਕਿ ਪਾਰਟਨਰ ਸੈਕਰੀਫਾਈਸਿੰਗ ਪੋਜੀਸ਼ਨ 'ਚ ਹੈ, ਮਤਲਬ ਉਹਨਾਂ ਨੇ ਕੁਛ ਪੋਰਸ਼ਨ ਪਹਿਲਾਂ ਪੇ ਆਊਟ ਕੀਤਾ ਸੀ, ਸੈਕਰੀਫਾਈਸ ਪੋਜੀਸ਼ਨ 'ਚ ਹੈਗੇ ਆ। ਦੈਨ ਹੁਣ ਦੇਖੋ ਜਦੋਂ ਵਿਡਰੋ ਕਰਨਗੇ ਤਾਂ ਬਿਜ਼ਨਸ 'ਚੋਂ ਕੈਸ਼ ਜਾਊਗਾ, ਮਤਲਬ ਫਰਮ 'ਚੋਂ ਕੈਸ਼ ਗਿਆ ਤਾਂ ਕੀ ਆ ਗਿਆ ਟੂ ਕੈਸ਼ ਵਟ ਗੋਜ਼ ਆਊਟ, ਔਰ ਪਾਰਟਨਰ ਹੁਣ ਕੀ ਹੈ ਰਿਸੀਵਰ ਦੀ ਪੋਜੀਸ਼ਨ 'ਚ ਹੈ ਤਾਂ ਉਹ ਆ ਗਏ ਡੈਬਿਟ ਸਾਈਡ। ਠੀਕ ਹੈ, ਇੱਥੇ ਆਪਾਂ ਉਹਨਾਂ ਪੋਰਸ਼ਨ ਮੈਂਸ਼ਨ ਕਰਾਂਗੇ ਜਿੰਨਾ ਉਹ ਵਿਡਰੋ ਕਰਾਉਣਗੇ, ਜਿਹੜਾ ਪਾਰਟਨਰ ਵਿਡਰੋ ਕਰਾਊਗਾ ਸਿਰਫ ਉਹਦਾ ਨਾਮ ਇੱਥੇ ਆਊਗਾ। ਠੀਕ ਹੈ, ਨੈਕਸਟ ਫੋਰਥ ਕੇਸ ਗੁੱਡਵਿਲ ਨਾਟ ਬੋਟ ਇਨ ਕੈਸ਼ ਬਾਈ ਨਿਊ ਪਾਰਟਨਰ। ਮਤਲਬ ਕਿ ਜਿਹੜਾ ਨਵਾਂ ਪਾਰਟਨਰ ਹੈ ਉਹ ਕੈਸ਼ ਦੀ ਫਾਰਮ 'ਚ ਕੋਈ ਗੁੱਡਵਿਲ ਨਹੀਂ ਲੈ ਕੇ ਆਇਆ, ਮਤਲਬ ਉਹ ਪੈਸੇ ਨਹੀਂ ਲੈ ਕੇ ਆਇਆ। ਤਾਂ ਹੁਣ ਦੇਖੋ ਜਦੋਂ ਵੀ ਕੋਈ ਨਿਊ ਪਾਰਟਨਰ ਆਉਂਦਾ ਤਾਂ ਉਹਨੇ ਆਪਦਾ ਪੋਰਸ਼ਨ ਡਿਸਾਈਡ ਕਰਕੇ ਦੱਸਿਆ ਹੁੰਦਾ ਵੀ ਇੰਨੀ ਗੁੱਡਵਿਲ ਮੈਂ ਤੁਹਾਨੂੰ ਪੇ ਕਰੂੰਗਾ। ਜੇ ਤਾਂ ਉਹ ਕੈਸ਼ 'ਚ ਲੈ ਕੇ ਆਇਆ ਤਾਂ ਆਲ ਗੁੱਡ ਹੈ, ਮਤਲਬ ਕੈਸ਼ 'ਚ ਲੈ ਕੇ ਆਇਆ ਤਾਂ ਤੁਸੀਂ ਰਿਟੇਨ ਕਰ ਲਓਗੇ, ਅਦਰਵਾਈਜ਼ ਕੀ ਹੈ ਤੁਸੀਂ ਉਹਦਾ ਅਕਾਊਂਟ ਬੈਲੈਂਸ ਦੇ ਵਿੱਚੋਂ ਜਿਹੜੀ ਗੁੱਡਵਿਲ ਹੈ ਤੁਹਾਨੂੰ ਮਿਲੂਗੀ। ਮਤਲਬ ਇਹ ਐਵੇਂ ਨਹੀਂ ਹੈਗਾ ਜੇ ਗੁੱਡਵਿਲ ਉਹਨਾਂ ਨੇ ਲਿਖਿਆ ਵੀ ਗੁੱਡਵਿਲ ਨਾਟ ਬੋਟ ਹੈ ਤਾਂ ਮਤਲਬ ਕਿ ਗੁੱਡਵਿਲ ਤੁਹਾਨੂੰ ਮਿਲੂਗੀ ਨਹੀਂ,
ਉਹ ਤੁਹਾਨੂੰ ਮਿਲੂਗੀ ਜ਼ਰੂਰ। ਤਾਂ ਇਸ ਜਗ੍ਹਾ 'ਤੇ ਤੁਸੀਂ ਉਹਦਾ ਅਕਾਊਂਟ ਟ੍ਰਾਂਸਫਰ ਕਰ ਲਓਗੇ, ਮਤਲਬ ਕਿ ਤੁਸੀਂ ਉਹਦਾ ਅਕਾਊਂਟ ਮੈਂਸ਼ਨ ਕਰ ਲਓਗੇ ਜਿੰਨੇ ਵੀ ਜਿੱਥੋਂ ਵੀ ਤੁਹਾਨੂੰ ਗੁੱਡਵਿਲ ਮਿਲਣੀ ਆ। ਤਾਂ ਕੀ ਆ ਜਾਊਗਾ, ਨਿਊ ਪਾਰਟਨਰ ਕਰੰਟ ਅਕਾਊਂਟ ਡੈਬਿਟ ਟੂ ਓਲਡ ਪਾਰਟਨਰ ਕੈਪੀਟਲ, ਕਿਉਂਕਿ ਨਿਊ ਪਾਰਟਨਰ ਨੂੰ ਹਜੇ ਨਿਊ ਪਾਰਟਨਰ ਨੇ ਗੁੱਡਵਿਲ ਹਜੇ ਤੱਕ ਪੇ ਕਰਨੀ ਆ। ਠੀਕ ਹੈ। ਤਾਂ ਨੈਕਸਟ ਵਨ ਇਜ਼ ਫਿਫਥ ਕੇਸ, ਆਲਰੇਡੀ ਐਗਜ਼ਿਸਟ ਗੁੱਡਵਿਲ। ਜੇ ਗੁੱਡਵਿਲ ਆਲਰੇਡੀ ਪੁਰਾਣੀ ਬੈਲੈਂਸ ਸ਼ੀਟ ਦੇ ਵਿੱਚ ਆਲਰੇਡੀ ਅਪੀਅਰਡ ਹੈ, ਮਤਲਬ ਉਹ ਪੁਰਾਣੀ ਗੁੱਡਵਿਲ ਹੈ। ਤਾਂ ਉਹ ਪੁਰਾਣੀ ਗੁੱਡਵਿਲ ਕਿਹਨਾਂ ਨਾਲ ਰਿਲੇਟਡ ਹੈ, ਓਨਲੀ ਰਿਲੇਟਡ ਟੂ ਓਲਡ ਪਾਰਟਨਰਸ। ਜਿਹੜੀ ਕਿਉਂਕਿ ਨਵਾਂ ਪਾਰਟਨਰ ਤਾਂ ਉਦੋਂ ਹਜੇ ਐਡਮਿਟ ਹੀ ਨਹੀਂ ਹੋਇਆ ਸੀ। ਤਾਂ ਇਹਦੇ ਵਿੱਚ ਹੁਣ ਜਿਹੜੀ ਪੁਰਾਣੀ ਗੁੱਡਵਿਲ ਹੈ, ਜੇ ਤਾਂ ਫਰਮ ਦੇ ਵਿੱਚ ਆਪਾਂ ਪਹਿਲਾਂ ਕੇਸਿਸ ਕੀਤੇ ਸੀ ਪਿਛਲੇ ਚੈਪਟਰ ਦੇ ਵਿੱਚ, ਉਹਦੇ ਵਿੱਚ ਸੀਗਾ ਵੀ ਜੇ ਤਾਂ ਉਹ ਰਿਟੇਨ ਕਰਨਾ ਚਾਹੁੰਦੇ ਆ ਜਾਂ ਨਹੀਂ ਕਰਨਾ ਚਾਹੁੰਦੇ, ਮਤਲਬ ਬੁੱਕਸ ਡਿਸਕਲੋਜ਼ ਕਰਦੇ ਨਹੀਂ ਕਰਦੇ, ਤਾਂ ਉਹਦੇ ਅਕੋਰਡਿੰਗ ਇਹਦੀ ਐਂਟਰੀ ਹੋ ਜੂਗੀ। ਜਿਹੜੇ ਓਲਡ ਪਾਰਟਨਰ ਹੈ ਉਹ ਆ ਜਾਣਗੇ ਡੈਬਿਟ, ਕਿਉਂਕਿ ਉਸ ਗੁੱਡਵਿਲ ਦੇ ਹੱਕਦਾਰ ਸਿਰਫ ਓਲਡ ਪਾਰਟਨਰ ਹੀ ਆ। ਓਲਡ ਪਾਰਟਨਰ ਕੈਪੀਟਲ ਟੂ ਗੁੱਡਵਿਲ, ਓਲਡ ਰੇਸ਼ੋ 'ਚ ਇਹਨੂੰ ਡਿਸਟਰੀਬਿਊਟ ਕਰਾਂਗੇ। ਨੈਕਸਟ ਸਿਕਸਥ ਕੇਸ, ਗੁੱਡਵਿਲ ਪਾਰਟਲੀ ਇਨ ਕੈਸ਼ ਬਾਈ ਨਿਊ ਪਾਰਟਨਰ। ਇਹਦਾ ਮਤਲਬ ਹੈ ਵੀ ਕੁਛ ਗੁੱਡਵਿਲ ਤਾਂ ਉਹ ਕੈਸ਼ 'ਚ ਲੈ ਕੇ ਆਇਆ ਅਤੇ ਕੁਛ ਉਹ ਲੈ ਕੇ ਨਹੀਂ ਆਇਆ। ਸਪੋਜ਼ ਕਰੋ ਜਿਹੜਾ ਵੀ ਨਿਊ ਪਾਰਟਨਰ ਹੈ ਉਹਨੇ 10,000 ਪੇ ਕਰਨਾ ਸੀ, ਤਾਂ ਉਹ 5,000 ਤਾਂ ਕੈਸ਼ ਲੈ ਕੇ ਆਇਆ ਕੈਸ਼ ਦੀ ਫਾਰਮ 'ਚ, ਤਾਂ ਉਹ ਤਾਂ ਆਪਾਂ ਸਿੰਪਲੀ ਰਿਟੇਨ ਕਰ ਲਾਂਗੇ। 5,000 ਉਹ ਕਹਿੰਦੇ ਹਜੇ ਪੇ ਨਹੀਂ ਕੀਤਾ, ਮਤਲਬ ਕਿ 5,000 ਹਜੇ ਕੀ ਪੈਂਡਿੰਗ ਆ। ਤਾਂ ਆਪਾਂ ਐਂਟਰੀ ਉਸ ਅਕੋਰਡਿੰਗ ਹੀ ਕਰਾਂਗੇ। ਪਹਿਲਾਂ ਤਾਂ ਕੈਸ਼ ਟੂ ਪ੍ਰੀਮੀਅਮ ਆ ਜਾਊਗਾ, ਕਿਉਂਕਿ ਗੁੱਡਵਿਲ ਦੀ ਐਂਟਰੀ ਇੱਥੇ 10,000 ਦੇ ਨਾਲ ਹੀ ਹੋਊਗੀ, ਭਾਵੇਂ ਤੁਸੀਂ ਰਿਸੀਵ ਕੀਤੀ ਭਾਵੇਂ ਨਹੀਂ ਕੀਤੀ, ਮਤਲਬ ਉਹ ਤੁਹਾਡਾ ਪੋਰਸ਼ਨ ਆਫ ਗੁੱਡਵਿਲ ਤੁਹਾਨੂੰ ਮਿਲੂਗਾ। ਠੀਕ ਹੈ। ਨੈਕਸਟ ਵਨ ਆਪਾਂ ਡਿਸਟਰੀਬਿਊਟ ਕਰਕੇ ਪਾਵਾਂਗੇ, ਜਿੰਨੀ ਤਾਂ ਉਹ ਪ੍ਰੀਮੀਅਮ ਹੈ, ਜਿੰਨਾ ਕੈਸ਼ ਲੈ ਕੇ ਆਇਆ ਇੱਥੇ ਆ ਜਾਊਗਾ, ਜਿਹੜੀ ਹਜੇ ਪੈਂਡਿੰਗ ਉਹ ਇੱਥੇ ਆ ਜਾਊਗੀ, ਬਾਕੀ ਓਲਡ ਪਾਰਟਨਰਸ ਐਂਟਰੀ ਹੋ ਜਾਊਗੀ। ਠੀਕ ਹੈ। ਨੈਕਸਟ ਪਾਰਟ ਸੈਵਨਥ ਕੇਸ, ਗੁੱਡਵਿਲ ਬ੍ਰੌਟ ਇਨ ਕਾਇੰਡ। ਇਹਦਾ ਮਤਲਬ ਹੈ ਵੀ ਜਦੋਂ ਕੋਈ ਨਵਾਂ ਪਾਰਟਨਰ ਆਉਂਦਾ ਹੈ ਤਾਂ ਉਹ ਕੈਸ਼ ਦੀ ਫਾਰਮ 'ਚ ਕੁਛ ਨਹੀਂ ਲੈ ਕੇ ਆਉਂਦਾ, ਪਰ ਕੋਈ ਕਾਇੰਡ ਲੈ ਕੇ ਆਉਂਦਾ। ਕਾਇੰਡ ਲਾਈਕ ਕੋਈ ਐਸਟ, ਮਤਲਬ ਕਿ ਕੋਈ ਵੀ ਫਰਨੀਚਰ ਜਾਂ ਮਸ਼ੀਨਰੀ ਜਾਂ ਕੋਈ ਪੋਰਸ਼ਨ ਆਫ ਲੈਂਡ, ਮਤਲਬ ਕਿ ਕੋਈ ਇਹੋ ਜਿਹੀ ਚੀਜ਼ ਲੈ ਕੇ ਆਉਂਦਾ ਹੈ ਜਿਹਨੂੰ ਬਾਅਦ 'ਚ ਉਹ ਸੇਲ ਕਰ ਸਕਦੇ ਆ। ਤਾਂ ਜਦੋਂ ਐਸਟ ਲੈ ਕੇ ਆਊਗਾ ਤਾਂ ਸਾਰਾ ਕੁਝ ਸੇਮ ਹੀ ਹੈ, ਬਸ ਜਿੱਥੇ ਕੈਸ਼ ਆਪਾਂ ਲਿਖਦੇ ਹਾਂ ਉੱਥੇ ਉਹ ਐਸਟ ਆ ਜਾਊਗੀ। ਜਿਹੜੀ ਵੀ ਐਸਟ ਹੋਊਗੀ, ਸਪੋਜ਼ ਕਰੋ ਮਸ਼ੀਨਰੀ ਆ, ਤਾਂ ਐਂਟਰੀ ਆ ਜੂ ਮਸ਼ੀਨਰੀ ਅਕਾਊਂਟ ਡੈਬਿਟ ਟੂ ਪ੍ਰੀਮੀਅਮ। ਨੈਕਸਟ ਉਹ ਫਿਰ ਡਿਸਟਰੀਬਿਊਟ ਪ੍ਰੀਮੀਅਮ ਅਕਾਊਂਟ ਡੈਬਿਟ ਟੂ ਓਲਡ ਪਾਰਟਨਰ ਕੈਪੀਟਲ ਅਕਾਊਂਟ। ਠੀਕ ਹੈ। ਨੈਕਸਟ ਕੇਸ ਇਜ਼ 8th ਕੇਸ, ਓਲਡ ਪਾਰਟਨਰ ਹੈਜ਼ ਨੋ ਗੁੱਡਵਿਲ ਬਟ ਨਿਊ ਪਾਰਟਨਰ ਹੈਜ਼। ਇਹ ਕੇਸ ਬਿਲਕੁਲ ਓਪੋਜ਼ਿਟ ਕੇਸ ਹੈ। ਦੇਖੋ, ਜਦੋਂ ਆਪਾਂ ਪੁਰਾਣੇ ਕੇਸਿਸ ਕਰਦੇ ਹਾਂ ਤਾਂ ਉਦੋਂ ਆਪਾਂ ਦੇਖਦੇ ਹਾਂ ਵੀ ਜਿਹੜੇ ਓਲਡ ਪਾਰਟਨਰ ਹੈ ਉਹ ਜਦੋਂ ਮਤਲਬ ਪੁਰਾਣੇ ਪਾਰਟਨਰ ਜਦੋਂ ਨਵੇਂ ਪਾਰਟਨਰ ਨੂੰ ਬਿਜ਼ਨਸ 'ਚ ਐਡ ਕਰਦੇ ਆ ਤਾਂ ਉਹ ਕੁਛ ਪਾਰਟ ਸੈਕਰੀਫਾਈਸ ਕਰ ਦਿੰਦੇ ਆ, ਤਾਂ ਨਵਾਂ ਪਾਰਟਨਰ ਉਸ ਦੇ ਬਦਲੇ ਉਹਨਾਂ ਨੂੰ ਦੇ ਦਿੰਦਾ ਗੁੱਡਵਿਲ। ਠੀਕ ਹੈ। ਬਟ ਇਹ 'ਚ ਕੇਸ ਹੀ ਬਿਲਕੁਲ ਡਿਫਰੈਂਟ ਹੈ। ਇਹ 'ਚ ਕਹਿੰਦੇ ਜਿਹੜੇ ਨਵੇਂ ਓਲਡ ਪਾਰਟਨਰ ਹੈ ਉਹਨਾਂ ਕੋਲ ਹਜੇ ਤੱਕ ਕੋਈ ਗੁੱਡਵਿਲ ਨਹੀਂ, ਮਤਲਬ ਉਹਨਾਂ ਨੇ ਹਜੇ ਤੱਕ ਕੋਈ ਰੈਪੂਟੇਸ਼ਨ ਕ੍ਰੀਏਟ ਨਹੀਂ ਕੀਤੀ। ਇਹ ਕੇਸ ਉਹ ਵਾਲਾ ਹੈ ਜਦੋਂ ਤੁਸੀਂ ਨਵਾਂ ਪਾਰਟਨਰ ਐਡ ਹੀ ਕਾਹਦੇ ਲਈ ਕਰਦੇ ਹੋ, ਸਿਰਫ ਰੈਪੂਟੇਸ਼ਨ ਪਰਪਸ ਲਈ, ਮਤਲਬ ਤੁਹਾਡੀ ਕੋਲ ਤੁਹਾਡੀ ਰੈਪੂਟੇਸ਼ਨ ਨਹੀਂ ਹੈਗੀ ਜਾਂ ਤੁਹਾਡਾ ਮਾਰਕੀਟ 'ਚ ਕੋਈ ਵੈਲ ਨੋਨ ਨਹੀਂ ਹੈ, ਤਾਂ ਤੁਸੀਂ ਇੱਕ ਨਵੇਂ ਪਾਰਟਨਰ ਨੂੰ ਸਿਰਫ ਕਿਸ ਰੀਜ਼ਨ ਕਰਕੇ ਐਡ ਕਰ ਰਹੇ ਹੋ, ਤਾਂ ਕਿ ਤੁਹਾਡੇ ਬਿਜ਼ਨਸ 'ਚ ਤੁਹਾਡੀ ਗੁੱਡਵਿਲ ਇਨਕਰੀਜ਼ ਹੋ ਜੇ। ਠੀਕ ਹੈ। ਤਾਂ ਓਲਡ ਪਾਰਟਨਰ ਦੀ ਆਪਦੀ ਕੋਈ ਗੁੱਡਵਿਲ ਨਹੀਂ, ਬਟ ਨਵੇਂ ਪਾਰਟਨਰ ਦੀ ਗੁੱਡਵਿਲ ਹੈ। ਤਾਂ ਹੁਣ ਜੇ ਨਵਾਂ ਪਾਰਟਨਰ ਗੁੱਡਵਿਲ ਪੇ ਕਰੂਗਾ, ਸਪੋਜ਼ ਕਰੋ ABC ਪਾਰਟਨਰ ਸੀ, ਉਹਨਾਂ ਨੇ D ਨੂੰ ਐਡਮਿਟ ਕੀਤਾ ਸਿਰਫ ਗੁੱਡਵਿਲ ਦੇ ਲਈ, ਕਿਉਂਕਿ D ਨੂੰ ਬਹੁਤ ਲੋਕ ਜਾਣਦੇ ਆ, ਤਾਂ ਉਹਦੀ ਮਤਲਬ ਨੋਨ ਆ, ਉਹਦੀ ਰੈਪੂਟੇਸ਼ਨ ਬਣੀ ਹੋਈ ਆ ਮਾਰਕੀਟ ਦੇ ਵਿੱਚ। ਠੀਕ ਹੈ। ਜਦੋਂ ਤੁਸੀਂ D ਨੂੰ ਐਡਮਿਟ ਕਰੋਗੇ, D ਹੁਣ ਤੁਹਾਨੂੰ ਆਪਦੀ ਗੁੱਡਵਿਲ ਦਾ ਪਾਰਟਨਰ ਬਣਾਊਗਾ ਇੱਕ ਤਰ੍ਹਾਂ ਨਾਲ, ਮਤਲਬ ਤੁਹਾਨੂੰ ਆਪਦੀ ਗੁੱਡਵਿਲ 'ਚ ਇਨਕਲੂਡ ਕਰੂਗਾ, ਤਾਂ ਤੁਸੀਂ D ਨੂੰ ਉਹਦੇ ਬਦਲੇ ਕੀ ਪੇ ਕਰੋਗੇ, ਓਬਵੀਅਸਲੀ ਕੁਛ ਉਹਨੂੰ ਪੇ ਤਾਂ ਕਰਨਾ ਪਊਗਾ, ਫਾਈਨੈਂਸ਼ੀਅਲ ਹੈਲਪ। ਤਾਂ ਉਹਦੇ ਵਿੱਚ ਐਂਟਰੀ ਤੁਹਾਡੀ ਓਪੋਜ਼ਿਟ ਆ ਜੂਗੀ, ਜਿਵੇਂ ਆਪਾਂ ਪਹਿਲਾਂ ਕੀਤੀ ਸੀਗੀ। ਤਾਂ ਇਹ 'ਚ ਆ ਜੂਗੀ ਓਲਡ ਪਾਰਟਨਰ ਟੂ ਨਿਊ ਪਾਰਟਨਰ, ਕਿਉਂਕਿ ਨਿਊ ਪਾਰਟਨਰ ਇੱਥੇ ਆਪਣੀ ਗੁੱਡਵਿਲ ਸੈਕਰੀਫਾਈਸ ਕਰ ਰਿਹਾ, ਤਾਂ ਉਹ ਕ੍ਰੈਡਿਟ, ਔਰ ਓਲਡ ਪਾਰਟਨਰ ਉਹਨੂੰ ਇਨ ਫਿਊਚਰ ਪੇ ਕਰਨਗੇ। ਠੀਕ ਹੈ। ਲਾਸਟ ਕੇਸ ਇਜ਼ ਹਿਡਨ ਗੁੱਡਵਿਲ। ਸਮਟਾਈਮਸ ਕੀ ਹੁੰਦਾ, ਸਮ ਦੇ ਵਿੱਚ ਤੁਹਾਨੂੰ ਜਿਹੜੀ ਗੁੱਡਵਿਲ ਉਹ ਮੈਂਸ਼ਨ ਨਹੀਂ ਹੁੰਦੀ, ਹਿਡਨ ਹੁੰਦੀ ਹੈ, ਤਾਂ ਉਹ ਤੁਹਾਨੂੰ ਨਿਊਮੈਰੀਕਲ ਵਿਊ ਪੁਆਇੰਟ 'ਚੋਂ ਲੱਭਣੀ ਪੈਂਦੀ ਆ। ਤਾਂ ਉਹਨੂੰ ਆਪਾਂ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ। AB ਦੋ ਪਾਰਟਨਰ ਹੈ, ਉਹਨਾਂ ਦੀ ਕੈਪੀਟਲ ਹੈ 13,000 ਅਤੇ 9,000। C ਹੈ ਉਹਦਾ 1/5 ਸ਼ੇਅਰ ਹੈ ਬਿਜ਼ਨਸ, ਅਤੇ 8,000 ਦੀ ਕੈਪੀਟਲ ਹੈ। ਠੀਕ ਹੈ। ਤਾਂ ਇਹਨੂੰ ਆਪਾਂ ਕੈਲਕੂਲੇਟ ਕਿਵੇਂ ਕਰਾਂਗੇ, ਹੁਣ ਦੇਖੋ ਆਪਾਂ ਨੂੰ ਪਤਾ ਹੈ ਵੀ ਗੁੱਡਵਿਲ ਤੁਹਾਨੂੰ ਕਿਤੇ ਵੀ ਨਹੀਂ ਦਿੱਤੀ ਵੀ ਕਿੰਨੀ ਗੁੱਡਵਿਲ ਹੈ ਫਰਮ ਦੀ ਜਾਂ ਪਾਰਟਨਰ ਦੀ। ਤਾਂ ਗੁੱਡਵਿਲ ਆਪਾਂ ਕਿਵੇਂ ਕੱਢ ਲਾਂਗੇ, ਪਹਿਲਾਂ ਤੁਸੀਂ ਕੱਢੋਗੇ ਬਿਜ਼ਨਸ ਦੀ ਟੋਟਲ ਕੈਪੀਟਲ। ਟੋਟਲ ਕੈਪੀਟਲ ਕਿਵੇਂ ਨਿਕਲੂਗੀ, ਵੀ ਉਹ ਕਹਿੰਦੇ 8,000 ਕੈਪੀਟਲ ਹੈ C ਦੀ, ਤਾਂ ਉਹਦਾ 5ਵਾਂ ਹਿੱਸਾ ਹੈ, ਮਤਲਬ ਕਿ ਜੇ 5ਵਾਂ ਹਿੱਸਾ 8,000 ਹੈ ਤਾਂ ਟੋਟਲ ਹਿੱਸਾ ਕਿੰਨਾ ਹੋ ਜਾਊਗਾ, ਮਤਲਬ ਕਿ 8,000 ਹੈ ਤਾਂ ਪੋਲਟ ਕਰ ਲਾਂਗੇ ਟੋਟਲ ਹਿੱਸਾ 40,000। ਹੁਣ ਦੇਖੋ 40,000 ਦਾ ਜੇ ਤੁਸੀਂ 5ਵਾਂ ਹਿੱਸਾ ਕੱਢੋਗੇ ਤਾਂ 8,000 ਆ ਜਾਊਗਾ। ਕਲੀਅਰ। ਹੁਣ ਇਹ ਆ ਗਈ C ਦੀ ਕੈਪੀਟਲ, ਤਾਂ ਆਪਣੇ ਕੋਲ A ਅਤੇ B ਦੀ ਕੈਪੀਟਲ ਵੀ ਹੈ। ਹੁਣ ਤਿੰਨੇ ਕੈਪੀਟਲਸ ਨੂੰ ਪਲੱਸ ਕਰ ਲਓ, ਕਿੰਨੀ ਬਣ ਗਈ, ਤਿੰਨੇ ਕੈਪੀਟਲ ਨੂੰ ਪਲੱਸ ਕਰਾਂਗੇ ਆਪਾਂ, ਸੌਰੀ ਆਹ 40,000 ਤੁਹਾਡੇ ਕੋਲ ਟੋਟਲ ਆਈ ਹੈ,
टोटल कैपिटल, ठीक है। हुण आपां तिन्ने कैपिटल प्लस कर लांगे। ए दी कैपिटल 13,000, बी दी कैपिटल 9,000, सी दी कैपिटल 8,000। तिन्ने कैपिटल नूं प्लस करके तो बनदा सारा 30,000। तो अपने कोल टोटल कैपिटल आई जांदी है 40,000। मतलब कि ए बी सी तीन ही पार्टनर है, उन्हों की जो टोटल कैपिटल आप कढ़ रहे हैं वो बन रही है सिर्फ 30,000। पर टोटल कैपिटल अपनी अकॉर्डिंग टू जो आप रिवर्स करके देखे तो बनती 40,000। हुण जिहड़ा 10,000 एक्सट्रा है वो की है, पार्ट ऑफ गुडविल, क्योंकि कैपिटल दे विच ही उहदा पार्ट मैंशन सीगा, मतलब हिडन सीगा, किते शो नहीं किया होया सी। हुण आपां 40,000 30,000 माइनस करके 10,000 गुडविल कढ़ लांगे। हुण सी दा शेयर देख लो, जिहड़ा नवां पार्टनर आया उहदा शेयर बन जूगा 10,000 चों पंजवां हिस्सा 2,000 गुडविल बन जूगी सी दी। तो ये सीगे सारे थोड़े केसिस। देयर आर द 9 केसिस ऑफ ट्रीटमेंट ऑफ गुडविल। सिमिलर ही है। नैक्सट मैं थोड़ा एक एग्जाम्पल लैके सारे केसिस की एग्जाम्पल लैके थोड़ा समझानी हाँ। एग्जाम्पल RST की रेशो सी 5-3-2। उन्होंने ए नूं एडमिट किया, वो कैपिटल है 50,000 तो गुडविल है 40,000। ये गुडविल थोड़ा पूरी फर्म की दिती हुई है। हाँ, ये वाली गुडविल पार्टनर की नहीं, फर्म की गुडविल है, क्योंकि इतने लिखे गुडविल वैल्यूड, मतलब पूरी फर्म की गुडविल है जिन्नी भी टोटल पार्टनर्स इंक्लूड करके। तो ए कैपिटल सिर्फ 50,000 है। तो न्यू रेशो उन्होंने की डिसाइड की फ्यूचर च, हुण 4 पार्टनर हो गए तो रेशो बन गई 4-4-1-1। तो हुण उस कुछ केसिस दिते हुए, ये सम कुछ केसिस दिते। सब तो फर्स्ट है गुडविल इज़ ब्रॉट इन कैश बाय न्यू पार्टनर, ठीक है। नैक्सट है गुडविल इज़ ब्रॉट इन कैश बाय न्यू पार्टनर एंड ऑलरेडी अपीयर्ड भी 15,000। डिफरेंट केसिस हैं, जिमें जिमें आप सॉल्व करते हो उवें आप देखते हैं, ठीक। फर्स्टली जो तुसीं न्यूमेरिकल सॉल्व करना तो सब तो पहला तुसीं रेशो नूं कैलकुलेट कर लोगे, जिवें तुहानूं मैं पहलां सिखाई हुई है। तो सैक्रीफाइस रेशो आप कैलकुलेट करांगे, जिवें तुहानूं रेशोज़ दित्तियां होईयां सी। ओल्ड रेशो सीगी तुहाडे कोल 5, 3 और 2 सी, और न्यू सीगी 4-4-1-1, ओके। और दैन आप कैलकुलेट करेंगे, पहले आर का शेयर है। आर का शेयर हम 5/10 बन गया, 5 6 7 8 9 10। और न्यू शेयर है कितना 4 4 4 8 9 तो 10, ठीक है। 4/10। फिर एस का 3/10 माइनस 4/10, टी का शेयर और ए का शेयर। हम जो कैलकुलेट करोगे 5/10 माइनस 4/10, तो बेस तो सेम ही आ, तो सेम ही रह जाऊगा 10। और 5 - 4 1। इन तुम भावें 10 डिवाइड बाय 10 करके 1 आ गया, फिर 5 बन गया, फिर 4 सिमिलर ही आ जाऊगा, ठीक है। नैक्सट वन इज़ 3/10 तो माइनस 4/10, यदा आ गया -1/10। तो इवें जो आप कैलकुलेट किया, पहले का आया सैक्रीफाइस क्योंकि पॉजिटिव आंसर आ रहा है और अकॉर्डिंग टू फॉर्मूला पॉजिटिव जा रहा है। अकॉर्डिंग टू फॉर्मूला सैकेंड वन इज़ रिवर्स, मतलब इनवर्स आ रहा है, उल्ट आ रहा है, मतलब कि नैगेटिव आ रहा है। तो वो क्या आ गया गेन। तो और टी वाला का की आ गया, वो भी सैक्रीफाइस आ गया, ठीक है। उस बाद ए वाला का कर लिया। ए वाला तो ऑब्वियसली है न्यू पार्टनर है, तो की होगा गेनिंग पार्टनर ही होगा, क्योंकि उन्होंने तो गेन ही होने वाला है, क्योंकि तो पुराना शेयर कुछ भी नहीं सीगा, ठीक है। हुण जो तुसीं सम करना तो 40,000 की तुहानूं गुडविल दी है, पर वो पूरी फर्म की है। तो आप पार्टनर की कढ़ांगे। ए पार्टनर है, ए का शेयर कितना 1/10। तो पार्टनर की गुडविल कितनी आ गई नवें दी 4,000। जो तुसीं एंट्री पाउणी आ, एंट्री देखो। फस्ट केस अपने को गुडविल इज़ ब्रॉट इन कैश बाय न्यू पार्टनर, मतलब कैश गुडविल लैके आया, तो हम अपने को कैश आया, तो कैश अकाउंट की आ गया डैबिट, क्योंकि बिजनेस को कैश आ रहा। तो कैश हम देखो कितों आ रहा, टू प्रीमियम। तो नाल तुहानूं मैं एक होर चीज़ दसी सी भी, वो कैपिटल भी लैके आया, तो ओबवियसली कैपिटल लैके आया तो वो भी कैश ही आया। तो वो भी आप लिख देंगे 2 एज कैपिटल, पार्टनर का नेम लिख के। कैपिटल वो कितनी लैके आया 50,000 दी, ठीक है। जी पार्ट ऑफ प्रीमियम है, मतलब गुडविल का पार्ट आप हुणे कैलकुलेट किया 40,000 का 1/10 शेयर करके कितना आया 4,000। तो टोटल कैश बिजनेस कितना आ गया 54,000। ये सीगा थोड़ा फस्ट केस। ये हो गया फस्ट केस। जे तो डेट लिखी हो तो डेट लिख देनी है। नैक्सट नीचे ये बीइंग इंटरप्रटेशन दे देनी है, ठीक है। बी केस है थोड़े को सेम, गुडविल इज़ बॉट इनटू कैश, सेम ही है। एंड ऑलरेडी अपीयर्ड 15,000, मतलब गुडविल लैके भी आया तो कुछ ऑलरेडी अपीयर्ड भी आ। फर्स्टली कंप्लीट द फस्ट केस, सॉरी, जिहड़ा तुहाडे कोल प्रीमियम आया हुण तुसीं पार्टनर्स नूं दे देना। तो प्रीमियम आपां पार्टनर नूं डिस्ट्रीब्यूट करांगे, कैपिटल नहीं डिस्ट्रीब्यूट करनी, ओनली प्रीमियम वाला पोर्शन। एंट्री की हुंदी है प्रीमियम अकाउंट डैबिट, जिवें आपां केस कीता सी भी पहलों प्रीमियम लैके आऊगा, फिर वो रिटेन कर लैणगे। जो कुछ भी नहीं मैंशन तो ओबवियसली उन्होंने रिटेन कर लिया बिजनेस, ठीक है। प्रीमियम अकाउंट डैबिट। तो क्रेडिट साइड किहड़े आउणगे, ओनली ਤੁਹਾਡੇ सैक्रीफाइस, जिमें आप एडजस्टिंग एंट्री करते हैं। तो डैबिट साइड की आऊगा गेनिंग पार्टनर। हुण अपने को पार्टनर्स के व्यू पॉइंट नाल आर नू सैक्रीफाइस हो रहा है, एस गेन कर रहा है, तो टी नू सैक्रीफाइस हो रहा है। तो इत्थे एस की कर रहा है गेन, तो इत्थे आ जाऊगी एस कैपिटल,
क्योंकि अस तो कोई सैक्रीफाइस नहीं कर रहे नवे पार्टनर के आने पर, तो उन्होंने फिर आप गुडविल का शेयर भी नहीं दे सकते। जिन्होंने पार्टनर को गुडविल का शेयर आप देवांगे वो सिर्फ क्रेडिट साइड जाएंगे, आर और टीज़ कैपिटल। ठीक है, हुण आपां इन्हां रेशो के अकॉर्डिंग देखते हैं कितना कितना शेयर बनता है। रेशो के अकॉर्डिंग 40,000 है, तो रेशो आई थोड़ी 110 आई। यस 110 ही आए हैं सारे, तो इन्हूं 40,000 ਨੂੰ 4 देख लो 110 करके 4,000 ये बन गया 4,000 और 4,000। ये तो तुसी रेशो के अकॉर्डिंग ही एंट्री पानी है, जिवें आपां एडजस्टिंग एंट्री पाने गेनिंग पार्टनर टू सैक्रीफाइस उदा ही बस प्रीमियम में डिस्ट्रीब्यूट कर देना नाल। ठीक है, नैक्सट आ गया तुहाडा बी केस। बी केस सेम ही है भी गुडविल इज़ ऑलरेडी अपीयर्ड, तो 2 एंट्रीज तो होनी ही होनी है। थर्ड एंट्री आप इस पार्ट की करांगे ऑलरेडी अपीयर्ड 15,000। जे ऑलरेडी अपीयर्ड होवे तो आप की तुहानूं पहले कहा सी भी सिर्फ पुराने पार्टनर रिलेटेड होगी, तो आप पुराने पार्टनर नूं दे देंगे ओनली आर कैपिटल, एस कैपिटल, टीज़ कैपिटल, अकाउंट डैबिट टू गुडविल। जिहड़ी पुरानी गुडविल है ओनली पुराने पार्टनर्स नूं जाऊगी और ओनली पुरानी रेशो दे विच 5, 3, 2। तो गुडविल कितनी आ 15,000 है। 15,000 इतने हुण तुसीं डिस्ट्रीब्यूट करके पा देना 7,500 आ जाऊगा एक, फिर आ जाऊगा 4,500 और फिर आ जाऊगा 3,000। ओके, ये तुसीं ओल्ड रेशो डिस्ट्रीब्यूट करना और ओनली ओल्ड पार्टनर नूं जिहड़ा सैकेंड केस है उहदियां 2 एंट्रीज होनी है, आ थर्ड एंट्री विच इनकलूड हो जाऊगी। ठीक है, नैक्सट थर्ड केस उन्होंने की क्या भी गुडविल इज़ ब्रॉट इन कैश बाय न्यू पार्टनर। इस लाइन का मतलब यही है भी थोड़ा फर्स्ट केस वाला सेम चीज़ चल रही है। ठीक है, गुडविल इज़ ब्रॉट इन टू कैश बाय न्यू पार्टनर, इट्स विदड्रॉ बाय आर एंड टी। हुण आर एंड टी लिखा बट इस मैंशन नहीं किया भी कितनी विदड्रॉ कराई है, तो आप अज्यूम करांगे उन्होंने फुल विदड्रॉ करा ली जिन्ना उन्होंने पोर्शन बनता है। तो जे केस सेम है तो फस्ट 2 एंट्रीज सेम होणगियां। हुण तुसीं ये देखो पहली एंट्री आई पऊगी क्योंकि वो कैश लैके आया, कैश अकाउंट डैबिट, प्रीमियम अकाउंट डैबिट और कैपिटल। ठीक है, नैक्सट उन्होंने आप डिस्ट्रीब्यूट करता सीगा पार्टनर्स। हुण आर ते टी का शेयर बनता है 4,000 और 4,000, तो आर एंड टी कितना विदड्रॉ कराउणगे जिन्ना जिन्ना उन्होंने शेयर बनता है। ओके, एंट्री आऊगी विदड्रॉ वाली। विदड्रॉ दे विच जिहड़े पार्टनर विदड्रॉ कराउणगे रिसीवर आरस कैपिटल, आर और टी ने विदड्रॉ कराया टीज़ कैपिटल, बिजनेस की देगा कैश, तो कैश गोज़ आउट हो जाऊगा डैबिट। 4,000 आर का शेयर है, 4,000 टी का शेयर है, तो टोटल कितना चला गया 8,000। जेडे केसिस मैं तुहानूं एंट्रीज नहीं दस रही सिमिलर है फस्ट 2 एंट्रीज। ओके, नैक्सट फोर्थ केस डी केस। डी केस की कहते गुडविल बॉट बाय कैश 3,000, मतलब कि कहते जिहड़ा पार्टनर है वो 3,000 की गुडविल लैके आया। नवा पार्टनर की गुडविल का शेयर कितना बनता है देखो 40,000 की टोटल गुडविल है, 1/10 के नाल शेयर तो बनता है 4,000, पर वो लैके आ रहा 3,000, तो 1,000 किधर गया मतलब कि पेंडिंग आ। तो आप जो केस किया सी भी हाफ तुसी कैश लैके आ रहे हो हाफ नहीं लैके आए, वो वाला केस है ये। तो जिन्नी वो कैश लैके आए वो कैश ना एंट्री पा देंगे, आ वाली एंट्री सिमिलर ही होगी कैश वाली। ठीक है, कैश प्रीमियम वाली मैं तुहानूं दोबारा दस दिनी एक बार। ये एंट्री हुण तुहाडी आऊगी कैश अकाउंट डैबिट, ठीक है, टू प्रीमियम, ये आप कर रहे हैं फोर्थ केस डी केस, तो 2 एज कैपिटल। हुण इत्थे उन्होंने क्या कैश कितनी लैके आया, तो कैश वाली एंट्री पा दो 3,000, कैपिटल लैके आया सी 50,000 और टोटल लैके आया 53,000। हुण ये एंट्री होगी। हुण तुसीं इह च मैंशन करोगे भी जिन्ना वो हजे तक नहीं लैके आया तो कुछ पोर्शन उहदा पेंडिंग आ, तो वो किवें आ जाऊगा, वो हुंदी है ओल्ड पार्टनर टू न्यू पार्टनर करंट अकाउंट नाल एंट्री, तो इत्थे आ जाऊगी एज करंट अकाउंट डैबिट टू ओल्ड पार्टनर आर्स करंट अकाउंट। सिर्फ जिहड़े पार्टनर सैक्रीफाइस कर रहे हैं तुसीं उन्हां नूं ही करोगे इत्थे क्रेडिट, एस कोई सैक्रीफाइस नहीं कर रहा तो वो किधर आ जाऊगा डैबिट साइड। तो हुण कितना पोर्शन है जिहड़ा नहीं लैके आ रहा ये एंट्री देखो थोड़ी सिमिलर आ होनी सी, जिवें पहली एंट्री कैश टू प्रीमियम आप करती टू कैपिटल, हुण आप प्रीमियम नूं पार्टनर नूं दे देना सी, तो एंट्री आनी सी प्रीमियम अकाउंट डैबिट टू पार्टनर्स अकाउंट। ठीक है, बट हुण ये जिहड़ा ए करंट अकाउंट तां आप पाया क्योंकि वो 4,000 शेयर बनता सी, फिर वो 3,000 लैके आया, तो प्रीमियम च कितनी आ जाऊगी अमाउंट 3,000। एज करंट अकाउंट आप तां लिखिਆ क्योंकि 1,000 उहदा पेंडिंग आ, तो ये शो करन दी भी 1,000 हजे अपनी गुडविल होर बनूगी, तो एस द करंट अकाउंट च कितनी अमाउंट आ जाऊगी जिन्ना उहदा शेयर है 4,000, तो इधर कितना आ जाऊगा इन्हों के शेयर 4,000 और 4,000। ये एंट्री तुसीं दोनों मैथड्स नाल कर सकते हो, इक्वलाइज करने के पर्पज़ नाल भी और जी 1/10 शेयर आया उन्हें डिस्ट्रीब्यूट करके भी। ठीक है, नैक्सट केस है थोड़ा ई केस और फिफ्थ केस। ये केस देखो
सेम ही है, गुडविल इज़ बॉट इन बाय कैश 3000, गुडविल एग्जिस्ट। तो ये सिमिलर केस है, कुछ करने की लोड़ नहीं। आ सारी एंट्रीज थोड़ियां सेम होणगियां, मैं तुहानूं फिर एक्सप्लेन कर दिंदी हाँ। ये देखो जो केस सीगा 3000 गुडविल लैके आ रहा सी, तो टोटल अकॉर्डिंग टू शेयर वो गुडविल बनती सी 4000। तो आप एंट्री पावांगे ओबवियसली जो कैश आऊगा, कैश अकाउंट डेबिट टू प्रीमियम अकाउंट टू एज कैपिटल। तो कैश कितना लैके आया, वो प्रीमियम लैके आया 3000, कैपिटल भी लैके आया कुछ 50000 की, तो टोटल कितना लैके आया 53000। हुण देखो जो आप नैक्सट एंट्री पावांगे तो वो आऊगी, आप प्रीमियम नूं डिस्ट्रीब्यूट कर दिंदे हुंदे आ पार्टनर्स दे विच जिहड़े सैक्रीफाइस करदे आ। प्रीमियम अकाउंट डेबिट तो एज करंट अकाउंट डेबिट मैं तां लिखिया क्योंकि कुछ पोर्शन हजे उहदा पेंडिंग पिया, तो एस करंट अकाउंट डेबिट तां आ क्योंकि एस दा कैपिटल जिहड़ी गेनिंग च है, मतलब वो कोई सैक्रीफाइस नहीं कर रहा। इत्थे तुसीं एस कैपिटल लिखोगे कैपिटल, तो इतने 3000 1000 4000 इक्वलाइज हो गया। ई केस दे विच की है भी आ सारे तो होणगे, जिहड़ी गुडविल एग्जिस्ट है उन्होंने तुसीं की कर दोगे, सिर्फ पार्टनर नूं वंड दोगे। आर कैपिटल, एस कैपिटल, टी कैपिटल टू गुडविल, ये सेम ही है, कुछ ज़्यादा फर्क नहीं। अमाउंट 20000 दी है, 20000 नूं 5 3 और 2 दे विच डिस्ट्रीब्यूट कर देना, ठीक है। नैक्सट थोड़ा 6th केस आ गया एफ केस, वो चो कहते हैं भी नो बॉट इन कैश, मतलब कि जिन्नी वो कैपिटल गुडविल बनती है पोर्शन नवे पार्टनर का, कुछ भी कैश नहीं लैके आया। तो कैश नहीं लैके आया तो सारे का सारा आप किनू ट्रांसफर कर देंगे, एज करंट अकाउंट। हमेशा जो तुम ट्रांसफर करना करंट अकाउंट नहीं, एस कैपिटल तो क्योंकि वो गेनिंग पार्टनर है, टू आरस कैपिटल टू टीज कैपिटल। हम टोटल शेयर वो बनता 4000, तो 4000 का 4000 ही नहीं लैके आया, इतने भी 4000, ये अकॉर्डिंग टू शेयर आ गया उन्होंने, ठीक है 110 के हिसाब ना। नैक्सट केस आ गया, ये सेम ही है, गुडविल नॉट बॉट इन कैश, तो सेम एंट्री ऑलरेडी एग्जिस्ट 60000। ये एंट्रीज आप बहुत बारी कर चुके हैं भी ऑलरेडी एग्जिस्ट है, तो ये तुसीं सिंपली डिस्ट्रीब्यूट कर देनी है, ठीक है। लास्ट एंट्री देखो, इक्विपमेंट 2000 बट वैल्यूड 3000 बाय फर्म, मतलब कि नवा पार्टनर है वो कैश नहीं लैके आ रहा, जिवें आप एसेट वाला केस किया सी, वो एक इक्विपमेंट लैके आ रहा है कोई मतलब पार्ट मशीनरी का जिमें, तो वो इक्विपमेंट 2000 का है, बट जी फर्म है जो उन्होंने खरीद लिया तो उनकी वैल्यू पाती 3000, मतलब असी थोड़े तो वैल्यू रखांगे 3000 का रखांगे इक्विपमेंट, ठीक है। तो हम आप 2000 का तो कुछ नहीं करना क्योंकि आप तो आपके अकॉर्डिंग देखना, जिवें फर्म अकॉर्डिंग मैं वह परचेज प्राइस 3000 रख रही हूँ तो 3000 के अकॉर्डिंग एंट्री आऊगी। तो जो कैश लैके आउंदा आप कैश ने एंट्री पाने, हम आप एंट्री पावांगे इक्विपमेंट आया बिजनेस, इक्विपमेंट अकाउंट डेबिट टू प्रीमियम, इक्विपमेंट किन्ने दा आपां लिया 3000 का, ठीक है। नैक्सट एंट्री देखो, वैसे तो 3000 का इक्विपमेंट लैके आया पर उन्हें लैके कितनी आनी सी गुडविल सम के अकॉर्डिंग 4000 की, तो 1000 रुपया फिर हुण उहदा पेंडिंग पिया, तो वो एंट्री किवें आ जूगी, प्रीमियम अकाउंट डेबिट एज करंट अकाउंट डेबिट एस कैपिटल अकाउंट डेबिट टू आर ते टू टी। तो ये हुण देखो सेम वही प्रीमियम बनता सीगा 4000 सॉरी 3000 लैके आया, 1000 वो करंट अकाउंट ट्रांसफर हो गया, इत्थे भी इत्थे 4000, इत्थे भी 4000 और इत्थे 4000। जे तुसीं आ एंट्री इत्थे नहीं करनी एज करंट वाली, इत्थे उपर भी कर सकते हो, तो इत्थे तुसीं लिख दोगे एज करंट अकाउंट 1000, टोटल प्रीमियम आ जाऊगा 4000, उमें भी सही है, ठीक है। ये सारे थोड़े केसिस सीगे, जिमें मतलब कि पहला कैश लैके आउंदा, मेन इंपॉर्टेंट तो यही एंट्रीज है जिहड़ियां होणगियां हद दे विच, ते जां नहीं लैके आउंदा जां काइंड लैके आउंदा है, जां हाफ विड्रॉ करवाई जाती है नहीं करवाई जाती, तो उस तरीके नाल सम होगा। जिवें विड्रॉ वाला केस भी आ गया, ऑलमोस्ट सारे केस ही थोड़े हो गए। तो ये थोड़े ट्रीटमेंट ऑफ गुडविल का पार्ट सीगा। थैंक यू, हैव अ नाइस डे।